ਦਾ ਰੇਡੀਓ ਟਾਈਮਸ ਦੇ ਪ੍ਰੋਗਰਾਮ 'ਚ ਭਾਗ ਲੈਣ ਲਈ ਤੁਸੀਂ ਡਾਇਲ ਕਰੋਗੇ ਸਾਡੇ ਸਟੂਡੀਓ ਦਾ WhatsApp ਨੰਬਰ 6234 ਜਿਉਂ ਹੀ ਉਸਨੇ ਪੱਥਰਾਂ ਵੱਲ ਦੇਖਿਆ ਤਾਂ ਉਹਨੇ ਰਾਹਤ ਮਹਿਸੂਸ ਕੀਤੀ। ਉਸਨੇ ਆਪਣੀਆਂ 6 ਭੇਡਾਂ ਦੇ ਕੇ 2 ਕੀਮਤੀ ਪੱਥਰ ਲਏ ਸਨ ਜਿਹੜੇ ਕਿ ਸੋਨੇ ਦੇ ਜਰਬਾਖਤਰ ਤੋਂ ਲਾਹੇ ਗਏ ਸਨ। ਉਹ ਇਹਨਾਂ ਪੱਥਰਾਂ ਨੂੰ ਵੇਚ ਕੇ ਵਾਪਸੀ ਦੀ ਟਿਕਟ ਖਰੀਦ ਲਵੇਗਾ। ਇਹਨਾਂ ਪੱਥਰਾਂ ਨੂੰ ਪੋਟਲੀ ਵਿੱਚੋਂ ਕੱਢਦੇ ਹੋਏ ਤੇ ਆਪਣੀ ਜੇਬ ਵਿੱਚ ਪਾਉਣ ਬਾਰੇ ਸੋਚਦੇ ਹੋਏ ਮੁੰਡੇ ਨੇ ਆਪਣੇ ਆਪ ਨਾਲ ਵਿਚਾਰ ਕੀਤੀ ਕਿ ਇਸ ਵਾਰੀ ਮੈਂ ਚੁਸਤ ਸਾਬਤ ਹੋਵਾਂਗਾ। ਇਹ ਬੰਦਰਗਾਹ ਵਾਲਾ ਸ਼ਹਿਰ ਹੈ ਅਤੇ ਉਸਦੇ ਨਵੇਂ ਮਿੱਤਰ ਨੇ ਇੱਕੋ ਇੱਕ ਸੱਚੀ ਗੱਲ ਇਹ ਦੱਸੀ ਸੀ ਕਿ ਬੰਦਰਗਾਹ ਵਾਲੇ ਸ਼ਹਿਰ ਤੇ ਚੋਰਾਂ ਦੀ ਭਰਮਾਰ ਹੁੰਦੀ ਹੈ। ਉਹਨੂੰ ਹੁਣ ਸਮਝ ਆ ਗਈ ਕਿ ਦੁਕਾਨ ਦਾ ਮਾਲਕ ਇੰਨਾ ਪਰੇਸ਼ਾਨ ਕਿਉਂ ਸੀ। ਉਹ ਮੁੰਡੇ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਸ ਆਦਮੀ ਤੇ ਯਕੀਨ ਨਾ ਕਰੇ। ਮੈਂ ਹੋਰ ਲੋਕਾਂ ਵਰਗਾ ਹੀ ਹਾਂ। ਮੈਂ ਸੰਸਾਰ ਨੂੰ ਉਸੇ ਤਰ੍ਹਾਂ ਦੇਖਦਾ ਹਾਂ ਜਿਵੇਂ ਮੈਂ ਚਾਹੁੰਦਾ ਹਾਂ ਕਿ ਇਹ ਹੋਵੇ, ਨਾ ਕਿ ਅਸਲ ਵਿੱਚ ਇਹ ਜਿਸ ਤਰ੍ਹਾਂ ਦਾ ਹੈ। ਉਹਨੇ ਪੱਥਰਾਂ ਤੇ ਆਪਣੀਆਂ ਉਂਗਲਾਂ ਹੌਲੀ-ਹੌਲੀ ਫੇਰਨੀਆਂ ਸ਼ੁਰੂ ਕੀਤੀਆਂ ਅਤੇ ਇਹਨਾਂ ਵਿੱਚੋਂ ਨਿਕਲਦੀ ਊਰਜਾ ਮਹਿਸੂਸ ਕਰਨੀ ਸ਼ੁਰੂ ਕੀਤੀ। ਇਹ ਉਸਦਾ ਖਜ਼ਾਨਾ ਸੀ। ਇਹਨਾਂ ਪੱਥਰਾਂ ਨੂੰ ਹੱਥ ਵਿੱਚ ਲੈਂਦਿਆਂ ਹੀ ਉਸਨੇ ਚੰਗਾ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਨੂੰ ਦੇਖ ਕੇ ਉਸਨੂੰ ਉਹ ਬਜ਼ੁਰਗ ਦਾ ਚੇਤਾ ਆ ਗਿਆ। ਉਸਨੇ ਕਿਹਾ ਸੀ, ਜਦੋਂ ਤੁਸੀਂ ਕੁਝ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਸਾਰੀ ਕਾਇਨਾਤ ਹੀ ਉਸਨੂੰ ਹਾਸਿਲ ਕਰਨ ਵਿੱਚ ਮਦਦ ਕਰਨ ਲਈ ਸਾਜ਼ਿਸ਼ ਰਚਦੀ ਹੈ। ਮੁੰਡਾ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਬਜ਼ੁਰਗ ਵੱਲੋਂ ਕਹੀ ਗਈ ਗੱਲ ਕੀ ਸੱਚ ਹੈ। ਉਹ ਇੱਥੇ ਖਾਲੀ ਬਾਜ਼ਾਰ ਵਿੱਚ ਬੈਠਾ ਸੀ। ਉਸਦੀ ਜੇਬ ਵਿੱਚ ਧੇਲਾ ਤੱਕ ਨਹੀਂ ਸੀ ਅਤੇ ਨਾ ਹੀ ਇੱਕ ਵੀ ਭੇਡ ਸੀ ਜਿਸ ਦੀ ਉਸਨੇ ਰਾਤ ਨੂੰ ਰਾਖੀ ਕਰਨੀ ਸੀ। ਪਰ ਇਹ ਦੋਵੇਂ ਪੱਥਰ ਇਸ ਗੱਲ ਦਾ ਸਬੂਤ ਸਨ ਕਿ ਉਹ ਕਿਸੇ ਬਾਦਸ਼ਾਹ ਨੂੰ ਮਿਲਿਆ ਸੀ, ਇੱਕ ਐਸੇ ਬਾਦਸ਼ਾਹ ਨੂੰ ਜਿਹੜਾ ਮੁੰਡੇ ਦੇ ਭੂਤਕਾਲ ਨੂੰ ਜਾਣਦਾ ਸੀ। ਇਹਨਾਂ ਨੂੰ ਉਰਿਮ ਅਤੇ ਥੁਮਿਮ ਕਹਿੰਦੇ ਹਨ ਅਤੇ ਇਹ ਤੈਨੂੰ ਨਿਸ਼ਾਨੀਆਂ ਪੜ੍ਹਨ ਵਿੱਚ ਮਦਦ ਕਰ ਸਕਦੇ ਹਨ। ਮੁੰਡੇ ਨੇ ਦੋਵੇਂ ਪੱਥਰ ਆਪਣੀ ਪੋਟਲੀ ਵਿੱਚ ਵਾਪਿਸ ਪਾ ਲਏ ਅਤੇ ਇੱਕ ਤਜਰਬਾ ਕਰਨ ਦਾ ਫੈਸਲਾ ਕੀਤਾ। ਬਜ਼ੁਰਗ ਨੇ ਕਿਹਾ ਸੀ ਕਿ ਇਹਨਾਂ ਤੋਂ ਬਹੁਤ ਸਪਸ਼ਟ ਸਵਾਲ ਪੁੱਛੇ ਜਾਣ ਅਤੇ ਇਸ ਤਰ੍ਹਾਂ ਕਰਨ ਲਈ ਮੁੰਡੇ ਨੂੰ ਆਪਣੇ ਆਪ ਵਿੱਚ ਹੀ ਸਮਝਣਾ ਜ਼ਰੂਰੀ ਸੀ ਕਿ ਉਹ ਕੀ ਚਾਹੁੰਦਾ ਸੀ। ਇਸ ਲਈ ਉਸਨੇ ਪੁੱਛਿਆ ਕਿ ਕੀ ਬਜ਼ੁਰਗ ਦਾ ਆਸ਼ੀਰਵਾਦ ਅਜੇ ਵੀ ਉਸ ਨਾਲ ਹੈ ਜਾਂ ਨਹੀਂ। ਉਸਨੇ ਇੱਕ ਪੱਥਰ ਬਾਹਰ ਕੱਢਿਆ ਅਤੇ ਹਾਂ ਵਾਲਾ ਪੱਥਰ ਸੀ। ਉਸਨੂੰ ਪੁੱਛਿਆ ਕਿ ਮੈਨੂੰ ਮੇਰਾ ਖਜ਼ਾਨਾ ਮਿਲੇਗਾ ਜਾਂ ਨਹੀਂ। ਉਸਨੇ ਆਪਣੇ ਹੱਥ ਪੋਟਲੀ ਵਿੱਚ ਪਾਇਆ ਅਤੇ ਪੱਥਰ ਨੂੰ ਟੋਹਣ ਲੱਗਾ। ਜਦੋਂ ਉਹ ਅਜਿਹਾ ਕਰ ਰਿਹਾ ਸੀ ਤਾਂ ਦੋਵੇਂ ਪੱਥਰ ਪੋਟਲੀ ਵਿਚਲੀ ਇੱਕ ਮੋਰੀ ਵਿੱਚੋਂ ਬਾਹਰ ਨਿਕਲ ਕੇ ਧਰਤੀ ਤੇ ਜੜ ਗਏ। ਮੁੰਡੇ ਨੇ ਕਦੇ ਵੀ ਇਸ ਗੱਲ ਵੱਲ ਧਿਆਨ ਨਹੀਂ ਸੀ ਦਿੱਤਾ ਕਿ ਉਸਦੀ ਪੋਟਲੀ ਵਿੱਚ ਕੋਈ ਮੋਰੀ ਵੀ ਹੈ। ਉਹਨੇ ਝੁੱਕ ਕੇ ਉਰਿਮ ਅਤੇ ਥੁਮਿਮ ਚੱਕ ਕੇ ਇਹਨਾਂ ਨੂੰ ਪੋਟਲੀ ਵਿੱਚ ਵਾਪਿਸ ਪਾ ਲਿਆ। ਪਰ ਜਦੋਂ ਉਸਨੇ ਇਹਨਾਂ ਨੂੰ ਜ਼ਮੀਨ ਤੇ ਪਾਏ ਦੇਖਿਆ ਤਾਂ ਇੱਕ ਹੋਰ ਗੱਲ ਉਸਦੇ ਜ਼ਿਹਨ ਵਿੱਚ ਆਈ। ਬਜ਼ੁਰਗ ਬਾਦਸ਼ਾਹ ਨੇ ਕਿਹਾ ਸੀ, ਨਿਸ਼ਾਨੀਆਂ ਪਛਾਣਨਾ ਸਿੱਖ ਅਤੇ ਉਹਨਾਂ ਤੇ ਅਮਲ ਕਰ। ਨਿਸ਼ਾਨੀ। ਮੁੰਡਾ ਆਪਣੇ ਆਪ ਵਿੱਚ ਹੀ ਮੁਸਕਰਾਇਆ। ਮੁੰਡੇ ਨੇ ਦੋਵੇਂ ਪੱਥਰ ਚੁੱਕ ਕੇ ਉਹਨਾਂ ਨੂੰ ਪੋਟਲੀ ਵਿੱਚ ਵਾਪਿਸ ਪਾ ਲਿਆ। ਉਸਨੇ ਪੋਟਲੀ ਵਿਚਲੀ ਮੋਰੀ ਨੂੰ ਠੀਕ ਨਾ ਕੀਤਾ। ਪੱਥਰ ਤਾਂ ਜਦੋਂ ਵੀ ਚਾਹੁਣ ਬਾਹਰ ਡਿੱਗ ਸਕਦੇ ਹਨ। ਉਸਨੇ ਇਹ ਸਿੱਖ ਲਿਆ ਸੀ ਕਿ ਕੁਝ ਚੀਜ਼ਾਂ ਐਸੀਆਂ ਹਨ ਜਿਨ੍ਹਾਂ ਬਾਰੇ ਬੰਦੇ ਨੂੰ ਸਵਾਲ ਨਹੀਂ ਕਰਨੇ ਚਾਹੀਦੇ ਹਨ ਤਾਂ ਕਿ ਕਿਤੇ ਆਪਣੀ ਹੀ ਹੋਣੀ ਤੋਂ ਦੂਰ ਨਾ ਹੋ ਜਾਵੇ। ਉਸਨੇ ਆਪਣੇ ਆਪ ਨੂੰ ਕਿਹਾ, ਮੈਂ ਵਾਅਦਾ ਕੀਤਾ ਸੀ ਕਿ ਮੈਂ ਆਪਣੇ ਫੈਸਲੇ ਖੁਦ ਕਰਾਂਗਾ। ਪਰ ਪੱਥਰਾਂ ਨੇ ਉਸਨੂੰ ਦੱਸ ਦਿੱਤਾ ਸੀ ਕਿ ਬਜ਼ੁਰਗ ਹਾਲੇ ਵੀ ਉਸਦੇ ਨਾਲ ਸੀ ਅਤੇ ਇਸ ਸੋਚ ਨਾਲ ਹੀ ਉਸ ਵਿੱਚ ਭਰੋਸਾ ਪੈਦਾ ਹੋ ਗਿਆ। ਉਸਨੇ ਇੱਕ ਵਾਰ ਫਿਰ ਖਾਲੀ ਬਾਜ਼ਾਰ ਵਿੱਚ ਦੇਖਿਆ ਪਰ ਇਸ ਵਾਰ ਉਸ ਵਿੱਚ ਪਹਿਲਾਂ ਜਿੰਨੀ ਨਿਰਾਸ਼ਾ ਨਹੀਂ ਸੀ। ਇਹ ਕੋਈ ਅਜਨਬੀ ਥਾਂ ਨਹੀਂ ਸੀ। ਹਾਂ, ਇਹ ਨਵੀਂ ਜ਼ਰੂਰ ਸੀ। ਆਖਿਰਕਾਰ ਉਹ ਸਦੀ ਇਹੀ ਕੁਝ ਤਾਂ ਕਰਨਾ ਚਾਹੁੰਦਾ ਸੀ, ਨਵੇਂ ਥਾਵਾਂ ਨੂੰ ਜਾਣਨਾ। ਭਾਵੇਂ ਉਹ ਕਦੇ ਵੀ ਪਿਰਾਮਿਡਾਂ ਤੱਕ ਨਾ ਪਹੁੰਚ ਸਕੇ, ਫਿਰ ਵੀ ਉਹ ਜਿੰਨੀ ਦੂਰ ਤੱਕ ਆ ਗਿਆ ਹੈ ਉਨੀ ਦੂਰ ਤੱਕ ਉਹਦੇ ਜਾਣਕਾਰਾਂ ਵਿੱਚੋਂ ਕੋਈ ਵੀ ਆਜੜੀ ਨਹੀਂ ਸੀ ਆ ਸਕਿਆ। ਕਾਸ਼ ਕਿ ਲੋਕ ਜਾਣ ਸਕਣ ਕਿ ਜਿੱਥੇ ਉਹ ਰਹਿੰਦੇ ਹਨ ਉੱਥੋਂ ਸਮੁੰਦਰ ਰਾਹੀਂ 2 ਘੰਟੇ ਦੇ ਸਫ਼ਰ ਤੋਂ ਬਾਅਦ ਹੀ ਹਾਲਤ ਕਿੰਨੇ ਤਬਦੀਲ ਹੋ ਜਾਂਦੇ ਹਨ। ਭਾਵੇਂ ਹਾਲ ਦੀ ਘੜੀ ਉਸਦਾ ਨਵਾਂ ਸੰਸਾਰ ਸਿਰਫ ਖਾਲੀ ਬਾਜ਼ਾਰ ਤੱਕ ਸੀਮਤ ਹੋ ਗਿਆ ਸੀ, ਫਿਰ ਵੀ ਉਹ ਇਸਨੂੰ ਉਸ ਵੇਲੇ ਵੀ ਦੇਖ ਚੁੱਕਾ ਸੀ ਜਦੋਂ ਇਸ ਵਿੱਚ ਲਹਿਰਾਂ ਬਹਿਰਾਂ ਸਨ ਅਤੇ ਇਹ ਉਸਨੂੰ ਕਦੇ ਵੀ ਭੁੱਲ ਨਹੀਂ ਸਕਦਾ। ਉਸਨੂੰ ਉਹ ਤਲਵਾਰ ਵੀ ਚੇਤੇ ਆਈ। ਇਸ ਬਾਰੇ ਸੋਚਦੇ ਹੋਏ ਉਸਨੂੰ ਰਤਾ ਕੁ ਔਖ ਮਹਿਸੂਸ ਹੋਈ, ਪਰ ਉਸਨੇ ਪਹਿਲਾਂ ਕਦੇ ਵੀ ਇਹੋ ਜਿਹੀ ਤਲਵਾਰ ਨਹੀਂ ਸੀ ਦੇਖੀ। ਜਦੋਂ ਉਹ ਇਹਨਾਂ ਗੱਲਾਂ ਬਾਰੇ ਸੋਚਦਾ ਤਾਂ ਉਸਨੇ ਮਹਿਸੂਸ ਕੀਤਾ ਕਿ ਉਸਨੂੰ ਆਪਣੇ ਬਾਰੇ ਜਾਂ ਤਾਂ ਇੱਕ ਚੋਰ ਦਾ ਸ਼ਿਕਾਰ ਹੋਇਆ ਵਿਚਾਰਾ ਆਦਮੀ ਸਮਝਣਾ ਚਾਹੀਦਾ ਹੈ ਜਾਂ ਫਿਰ ਆਪਣੇ ਖਜ਼ਾਨੇ ਦੀ ਭਾਲ ਕਰਨ ਜਾ ਰਿਹਾ ਖੋਜੀ। ਉਸਨੇ ਆਪਣੇ ਆਪ ਨੂੰ ਕਿਹਾ, ਮੈਂ ਤਾਂ ਇੱਕ ਖੋਜੀ ਹਾਂ, ਆਪਣਾ ਖਜ਼ਾਨਾ ਲੱਭ ਰਿਹਾ ਹਾਂ।
ਉਸਨੂੰ ਨੀਂਦ ਵਿੱਚੋਂ ਹਿਲਾ ਕੇ ਕਿਸੇ ਨੇ ਉਠਾਇਆ। ਉਹ ਬਾਜ਼ਾਰ ਵਿੱਚ ਹੀ ਸੌਂ ਗਿਆ ਸੀ ਅਤੇ ਬਾਜ਼ਾਰ ਵਿੱਚ ਜ਼ਿੰਦਗੀ ਮੁੜ ਸ਼ੁਰੂ ਹੋਣ ਵਾਲੀ ਸੀ। ਆਲੇ ਦੁਆਲੇ ਦੇਖਦੇ ਹੋਏ ਉਸਨੇ ਆਪਣੀਆਂ ਭੇਡਾਂ ਪਾਲਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਸਨੂੰ ਚੇਤਾ ਆਇਆ ਕਿ ਉਹ ਤਾਂ ਇੱਕ ਨਵੇਂ ਸੰਸਾਰ ਵਿੱਚ ਸੀ, ਪਰ ਉਦਾਸ ਹੋਣ ਦੀ ਥਾਂ ਉਹ ਖੁਸ਼ ਸੀ। ਹੁਣ ਉਸਨੂੰ ਭੇਡਾਂ ਲਈ ਖਾਣੇ ਤੇ ਪਾਣੀ ਦਾ ਇੰਤਜ਼ਾਮ ਨਹੀਂ ਸੀ ਕਰਨਾ ਪੈਣਾ। ਇਸ ਦੀ ਥਾਂ ਉਹ ਆਪਣੇ ਖਜ਼ਾਨੇ ਦੀ ਭਾਲ ਵਿੱਚ ਜਾ ਸਕਦਾ ਸੀ। ਉਸਦੀ ਜੇਬ ਵਿੱਚ ਧੇਲਾ ਤੱਕ ਨਹੀਂ ਸੀ, ਪਰ ਯਕੀਨ ਜ਼ਰੂਰ ਸੀ। ਪਿਛਲੀ ਰਾਤ ਹੀ ਉਸਨੇ ਫੈਸਲਾ ਕਰ ਲਿਆ ਸੀ ਕਿ ਉਹ ਉਸੇ ਤਰ੍ਹਾਂ ਦਾ ਹੀ ਖੋਜੀ ਬਣੇਗਾ ਜਿਸ ਤਰ੍ਹਾਂ ਦੇ ਖੋਜੀ ਉਸਨੇ ਕਿਤਾਬਾਂ ਵਿੱਚ ਪੜ੍ਹੇ ਸਨ ਅਤੇ ਜਿਹੜੇ ਉਸਨੂੰ ਚੰਗੇ ਲੱਗਦੇ ਸਨ। ਉਹ ਹੌਲੀ-ਹੌਲੀ ਬਾਜ਼ਾਰ ਵਿੱਚੋਂ ਲੰਘਦਾ ਰਿਹਾ। ਦੁਕਾਨਦਾਰ ਆਪਣੀਆਂ ਰੇਹੜੀਆਂ ਲਗਾ ਰਹੇ ਸਨ। ਮੁੰਡੇ ਨੇ ਮਠਿਆਈਆਂ ਵੇਚਣ ਵਾਲੇ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਮਠਿਆਈ ਵਾਲੇ ਦੇ ਚਿਹਰੇ ਤੇ ਮੁਸਕਰਾਹਟ ਫੈਲ ਗਈ। ਉਹ ਖੁਸ਼ ਸੀ, ਜਾਣਦਾ ਸੀ ਕਿ ਜ਼ਿੰਦਗੀ ਕਿਸ ਤਰ੍ਹਾਂ ਦੀ ਹੈ ਅਤੇ ਦਿਨ ਭਰ ਦੇ ਕੰਮ ਲਈ ਤਿਆਰ ਸੀ। ਉਸਦੀ ਮੁਸਕਰਾਹਟ ਤੋਂ ਮੁੰਡੇ ਨੂੰ ਉਹ ਬਜ਼ੁਰਗ ਚੇਤੇ ਆ ਗਿਆ। ਉਸਨੇ ਸੋਚਿਆ, ਇਹ ਮਠਿਆਈ ਵਾਲਾ ਇਸ ਲਈ ਮਠਿਆਈ ਨਹੀਂ ਬਣਾ ਰਿਹਾ ਕਿ ਮਗਰੋਂ ਜਾ ਕੇ ਸਫ਼ਰ ਕਰੇ ਜਾਂ ਕਿਸੇ ਦੁਕਾਨਦਾਰ ਦੀ ਬੇਟੀ ਨਾਲ ਸ਼ਾਦੀ ਕਰੇ। ਇਹ ਕੰਮ ਇਸ ਲਈ ਕਰ ਰਿਹਾ ਹੈ ਕਿਉਂਕਿ ਇਹੀ ਕੰਮ ਕਰਨਾ ਚਾਹੁੰਦਾ ਹੈ। ਉਸਨੇ ਮਹਿਸੂਸ ਕੀਤਾ ਕਿ ਉਹ ਵੀ ਉਹੀ ਕੰਮ ਕਰ ਸਕਦਾ ਹੈ ਜੋ ਬਜ਼ੁਰਗ ਨੇ ਕੀਤਾ ਸੀ। ਇਹ ਮਹਿਸੂਸ ਕਰ ਸਕਦਾ ਹੈ ਕਿ ਕੋਈ ਵਿਅਕਤੀ ਆਪਣੀ ਹੋਣੀ ਦੇ ਨੇੜੇ ਹੈ ਜਾਂ ਦੂਰ। ਸਿਰਫ ਉਹਨਾਂ ਵੱਲ ਦੇਖ ਕੇ ਹੀ ਉਸਨੂੰ ਪਤਾ ਚੱਲ ਜਾਂਦਾ ਹੈ। ਉਸਨੇ ਸੋਚਿਆ ਕਿ ਇਹ ਕਿੰਨਾ ਆਸਾਨ ਕੰਮ ਹੈ, ਪਰ ਫਿਰ ਵੀ ਉਸਨੇ ਅੱਜ ਤੱਕ ਕਦੇ ਨਹੀਂ ਸੀ ਕੀਤਾ। ਜਦੋਂ ਰੇਹੜੀ ਲੱਗ ਗਈ ਤਾਂ ਮਠਿਆਈ ਵਾਲੇ ਨੇ ਆਪਣੀ ਵੱਲੋਂ ਬਣਾਈ ਪਹਿਲੀ ਮਠਿਆਈ ਮੁੰਡੇ ਨੂੰ ਦੇ ਦਿੱਤੀ। ਮੁੰਡੇ ਨੇ ਬਹੁਤ ਧੰਨਵਾਦ ਕੀਤਾ, ਮਠਿਆਈ ਖਾਧੀ ਅਤੇ ਆਪਣੇ ਰਸਤੇ ਚੱਲ ਪਿਆ। ਉਹ ਹਾਲੇ ਥੋੜੀ ਦੂਰ ਹੀ ਰਹਿ ਗਿਆ ਸੀ ਤਾਂ ਉਸਨੇ ਮਹਿਸੂਸ ਕੀਤਾ ਕਿ ਜਦੋਂ ਉਹ ਰੇਹੜੀ ਲਾ ਰਹੇ ਸਨ ਤਾਂ ਉਹਨਾਂ ਵਿੱਚੋਂ ਇੱਕ ਜਣਾ ਅਰਬੀ ਭਾਸ਼ਾ ਬੋਲ ਰਿਹਾ ਸੀ ਅਤੇ ਦੂਜਾ ਸਪੇਨੀ। ਇਸ ਦੇ ਬਾਵਜੂਦ ਦੋਵੇਂ ਜਣੇ ਇੱਕ ਦੂਜੇ ਦੀ ਗੱਲ ਪੂਰੀ ਤਰ੍ਹਾਂ ਸਮਝ ਰਹੇ ਸਨ। ਮੁੰਡੇ ਨੇ ਸੋਚਿਆ ਕਿ ਕੋਈ ਐਸੀ ਭਾਸ਼ਾ ਵੀ ਹੈ ਜਿਸ ਨੂੰ ਸ਼ਬਦਾਂ ਦੀ ਲੋੜ ਨਹੀਂ। ਪਹਿਲਾਂ ਮੈਨੂੰ ਆਪਣੀਆਂ ਬੱਕਰੀਆਂ ਨਾਲ ਤਜਰਬਾ ਹੁੰਦਾ ਸੀ ਅਤੇ ਹੁਣ ਲੋਕਾਂ ਨਾਲ ਵੀ ਹੋ ਰਿਹਾ ਹੈ। ਉਸਨੂੰ ਬੜੀਆਂ ਨਵੀਆਂ ਗੱਲਾਂ ਸਿੱਖਣ ਨੂੰ ਮਿਲ ਰਹੀਆਂ ਸਨ। ਇਹਨਾਂ ਵਿੱਚੋਂ ਕੁਝ ਤਾਂ ਐਸੀਆਂ ਸਨ ਜਿਨ੍ਹਾਂ ਦਾ ਉਸਨੂੰ ਪਹਿਲਾਂ ਵੀ ਤਜਰਬਾ ਹੋ ਚੁੱਕਾ ਸੀ ਅਤੇ ਇਹ ਸੱਚਮੁੱਚ ਨਵੀਆਂ ਨਹੀਂ ਸਨ, ਪਰ ਇਹਨਾਂ ਬਾਰੇ ਉਸਨੇ ਪਹਿਲਾਂ ਕਦੇ ਸੋਚਿਆ ਨਹੀਂ ਸੀ। ਉਸਨੇ ਇਹਨਾਂ ਬਾਰੇ ਸੋਚਿਆ ਇਸ ਲਈ ਨਹੀਂ ਸੀ ਕਿਉਂਕਿ ਉਸਨੂੰ ਇਹਨਾਂ ਦੀ ਆਦਤ ਹੀ ਨਹੀਂ ਸੀ। ਉਸਨੇ ਮਹਿਸੂਸ ਕੀਤਾ, ਜੇ ਮੈਂ ਸ਼ਬਦਾਂ ਦੀ ਵਰਤੋਂ ਤੋਂ ਬਿਨਾਂ ਭਾਸ਼ਾ ਸਮਝਣੀ ਸਿੱਖ ਲਵਾਂ ਤਾਂ ਮੈਂ ਸਾਰੇ ਸੰਸਾਰ ਨੂੰ ਸਮਝ ਸਕਦਾ ਹਾਂ। ਰਾਹਤ ਮਹਿਸੂਸ ਕਰਦੇ ਹੋਏ ਤੇ ਠਰਮੇ ਨਾਲ ਤੁਰਦੇ ਹੋਏ ਉਸਨੇ ਫੈਸਲਾ ਕੀਤਾ ਕਿ ਉਹ ਟੈਂਗੀਅਰ ਦੀਆਂ ਭੀੜੀਆਂ ਗਲੀਆਂ ਵਿੱਚੋਂ ਦੀ ਲੰਘੇਗਾ। ਅਜਿਹਾ ਕਰਕੇ ਹੀ ਉਹ ਨਿਸ਼ਾਨੀਆਂ ਪੜ ਸਕੇਗਾ। ਉਹ ਜਾਣਦਾ ਸੀ ਕਿ ਇਸ ਕੰਮ ਲਈ ਉਸਨੂੰ ਬਹੁਤ ਜ਼ਿਆਦਾ ਸਬਰ ਦੀ ਲੋੜ ਹੈ, ਪਰ ਆਜੜੀਆਂ ਵਿੱਚ ਸਬਰ ਹਮੇਸ਼ਾ ਹੀ ਹੁੰਦਾ ਹੈ। ਇੱਕ ਵਾਰ ਫਿਰ ਉਸਨੇ ਮਹਿਸੂਸ ਕੀਤਾ ਕਿ ਇਸ ਅਜਨਬੀ ਧਰਤੀ ਤੇ ਹੀ ਉਹਨਾਂ ਹੀ ਸਬਕਾਂ ਨੂੰ ਲਾਗੂ ਕਰ ਰਿਹਾ ਹੈ ਜਿਹੜਾ ਉਸਨੇ ਆਪਣੀਆਂ ਭੇਡਾਂ ਨਾਲ ਰਹਿੰਦੇ ਹੋਏ ਸਿੱਖੇ ਸਨ। ਬਜ਼ੁਰਗ ਨੇ ਕਿਹਾ ਸੀ, ਸਾਰੀਆਂ ਚੀਜ਼ਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਕ੍ਰਿਸਟਲ ਰਵੇਦਾਰ ਸ਼ੀਸ਼ਾ ਦਾ ਵਪਾਰੀ ਦਿਨ ਚੜ੍ਹਦੇ ਹੀ ਉੱਠ ਪਿਆ। ਅੱਜ ਵੀ ਉਹ ਉਸੇ ਤਰ੍ਹਾਂ ਹੀ ਉਤੇਜਨਾ ਵਿੱਚ ਮਹਿਸੂਸ ਕਰ ਰਿਹਾ ਸੀ ਜਿਸ ਤਰ੍ਹਾਂ ਦੀ ਹਰ ਰੋਜ਼ ਕਰਿਆ ਕਰਦਾ ਸੀ। ਉਹ 30 ਸਾਲਾਂ ਤੋਂ ਇਸੇ ਥਾਂ ਤੇ ਬੈਠਾ ਸੀ। ਉਸਦੀ ਦੁਕਾਨ ਪਹਾੜੀ ਸੜਕ ਦੇ ਸਿਖਰ ਤੇ ਸੀ ਅਤੇ ਇੱਥੋਂ ਦੀ ਬਹੁਤ ਘੱਟ ਗਾਹਕ ਲੰਘਦੇ ਸਨ। ਹੁਣ ਕਿਸੇ ਤਰ੍ਹਾਂ ਦੀ ਤਬਦੀਲੀ ਕਰਨ ਦਾ ਸਮਾਂ ਨਹੀਂ ਸੀ ਰਿਹਾ। ਆਪਣੀ ਜ਼ਿੰਦਗੀ ਵਿੱਚ ਉਸਨੇ ਸਿਰਫ ਕ੍ਰਿਸਟਲ ਦਾ ਸਮਾਨ ਖਰੀਦਣਾ ਤੇ ਵੇਚਣਾ ਹੀ ਸਿੱਖਿਆ ਸੀ। ਕਦੇ ਸਮਾਂ ਹੁੰਦਾ ਸੀ ਜਦੋਂ ਬਹੁਤ ਸਾਰੇ ਲੋਕਾਂ ਨੂੰ ਉਸਦੀ ਦੁਕਾਨ ਦਾ ਪਤਾ ਸੀ। ਇਹਨਾਂ ਵਿੱਚ ਅਰਬ ਵਪਾਰੀ, ਫਰਾਂਸੀਸੀ ਅਤੇ ਅੰਗਰੇਜ਼ ਵਿਗਿਆਨੀ, ਜਰਮਨੀ ਦੇ ਸਿਪਾਹੀ ਸ਼ਾਮਲ ਹੁੰਦੇ ਸਨ। ਉਹਨਾਂ ਦਿਨਾਂ ਵਿੱਚ ਕ੍ਰਿਸਟਲ ਵੇਚਣਾ ਕਿੰਨਾ ਚੰਗਾ ਲੱਗਦਾ ਸੀ ਅਤੇ ਉਹ ਸੋਚਿਆ ਕਰਦਾ ਸੀ ਕਿ ਕਿਵੇਂ ਉਹ ਅਮੀਰ ਬਣ ਜਾਏਗਾ ਅਤੇ ਜਦੋਂ ਵੱਡਾ ਹੋਵੇਗਾ ਤਾਂ ਉਹਦੇ ਆਲੇ ਦੁਆਲੇ ਕਿਵੇਂ ਸੁੰਦਰ ਔਰਤਾਂ ਹੋਣਗੀਆਂ। ਪਰ ਜਿਉਂ-ਜਿਉਂ ਸਮਾਂ ਬੀਤਦਾ ਗਿਆ, ਟੈਂਗੀਅਰ ਵੀ ਬਦਲ ਗਿਆ। ਲਾਗਲੇ ਸ਼ਹਿਰ ਕਿਓਟੋ ਨੇ ਪਿਛਲੇ ਸਾਲਾਂ ਦੌਰਾਨ ਟੈਂਗੀਅਰ ਨਾਲੋਂ ਤੇਜ਼ੀ ਨਾਲ ਵਿਕਾਸ ਕੀਤਾ ਹੈ, ਜਿਸ ਕਾਰਨ ਇੱਥੋਂ ਕਾਰੋਬਾਰ ਮੱਠਾ ਪੈ ਗਿਆ ਹੈ। ਗੁਆਂਢੀ ਚਲੇ ਗਏ ਹਨ ਅਤੇ ਪਹਾੜੀ ਉੱਤੇ ਸਿਰਫ ਨਿੱਕੀਆਂ-ਨਿੱਕੀਆਂ ਦੁਕਾਨਾਂ ਰਹਿ ਗਈਆਂ ਹਨ। ਇਹਨਾਂ ਨਿੱਕੀਆਂ-ਨਿੱਕੀਆਂ ਦੁਕਾਨਾਂ ਵਿੱਚ ਝਾਤੀ ਮਾਰਨ ਲਈ ਕੋਈ ਵੀ ਪਹਾੜੀ ਤੇ ਚੜ੍ਹਨ ਦੀ ਖੇਚਲ ਨਹੀਂ ਕਰਦਾ। ਪਰ ਕ੍ਰਿਸਟਲ ਦੇ ਵਪਾਰੀ ਕੋਲ ਹੋਰ ਕੋਈ ਰਸਤਾ ਨਹੀਂ ਸੀ। ਉਸਨੇ ਆਪਣੀ ਜ਼ਿੰਦਗੀ ਦੇ 30 ਸਾਲ ਕ੍ਰਿਸਟਲ ਦਾ ਸਮਾਨ ਖਰੀਦਿਆ ਅਤੇ ਵੇਚਦਿਆਂ ਲੰਘਾ ਦਿੱਤੇ ਅਤੇ ਹੁਣ ਕੋਈ ਹੋਰ ਕੰਮ ਕਰਨ ਲਈ ਸਮਾਂ ਨਹੀਂ ਬਚਿਆ ਸੀ। ਉਹ ਸਵੇਰ ਤੋਂ ਹੀ ਬੈਠਾ ਗਲੀ ਵਿੱਚ ਆਉਂਦੇ ਜਾਂਦੇ ਥੋੜੇ ਕੁ ਲੋਕਾਂ ਨੂੰ ਦੇਖਦਾ ਰਿਹਾ। ਉਹ ਕਈ ਸਾਲਾਂ ਤੋਂ ਇਸੇ ਤਰ੍ਹਾਂ ਹੀ ਕਰਦਾ ਆ ਰਿਹਾ ਸੀ ਅਤੇ ਉੱਥੋਂ ਦੀ ਲੰਘਣ ਵਾਲੇ ਹਰੇਕ ਸ਼ਖਸ ਤੇ ਲੰਘਣ ਦਾ ਸਮਾਂ ਜਾਣਦਾ ਸੀ। ਪਰ ਦੁਪਹਿਰ ਦੇ ਖਾਣੇ ਤੋਂ ਰਤਾ ਕੁ ਪਹਿਲਾਂ ਉਹਦੇ ਕੱਪੜੇ ਤਾਂ ਠੀਕ ਪਾਏ ਹੋਏ ਸਨ, ਪਰ ਦੁਕਾਨਦਾਰ ਦੀਆਂ ਸਦੀਆਂ ਹੋਈਆਂ ਨਜ਼ਰਾਂ ਨੇ ਦੇਖ ਲਿਆ ਕਿ ਮੁੰਡੇ ਕੋਲ ਖਰਚਣ ਲਈ ਕੋਈ ਪੈਸਾ ਨਹੀਂ ਹੈ। ਫਿਰ ਵੀ ਵਪਾਰੀ ਨੇ ਸੋਚਿਆ ਕਿ ਦੁਪਹਿਰ ਦਾ ਖਾਣਾ ਕੁਝ ਮਿੰਟ ਬਾਅਦ ਖਾ ਲਵੇਗਾ ਅਤੇ ਮੁੰਡੇ ਦੇ ਜਾਣ ਦੀ ਉਡੀਕ ਕਰੇਗਾ।
ਦੁਕਾਨ ਦੇ ਬਾਹਰ ਚਿਪਕਾਏ ਗਏ ਕਾਗਜ਼ ਤੇ ਲਿਖਿਆ ਹੋਇਆ ਸੀ ਕਿ ਦੁਕਾਨ ਵਿੱਚ ਕਈ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਮੁੰਡੇ ਨੇ ਦੇਖਿਆ ਕਿ ਕਾਊਂਟਰ ਪਿੱਛੇ ਇੱਕ ਆਦਮੀ ਆ ਖੜਿਆ ਹੋਇਆ ਹੈ। ਮੁੰਡਾ ਕਹਿਣ ਲੱਗਾ, ਜੇ ਤੁਸੀਂ ਚਾਹੋ ਤਾਂ ਮੈਂ ਖਿੜਕੀ ਵਿੱਚ ਪਈਆਂ ਸਾਰੀਆਂ ਚੀਜ਼ਾਂ ਸਾਫ਼ ਕਰ ਦਿੰਦਾ ਹਾਂ। ਇਹਨਾਂ ਦਾ ਜਿਹੜਾ ਹਾਲ ਹੋਇਆ ਪਿਆ ਹੈ, ਉਸਨੂੰ ਦੇਖ ਕੇ ਕੋਈ ਵੀ ਇਹਨਾਂ ਨੂੰ ਖਰੀਦਣਾ ਨਹੀਂ ਚਾਹੇਗਾ। ਬੰਦੇ ਨੇ ਕੋਈ ਹੁੰਗਾਰਾ ਭਰੇ ਬਿਨਾਂ ਉਸ ਵੱਲ ਦੇਖਿਆ। ਬਦਲੇ ਵਿੱਚ ਤੁਸੀਂ ਮੈਨੂੰ ਖਾਣ ਲਈ ਕੁਝ ਦੇ ਦੇਣਾ। ਬੰਦੇ ਨੇ ਫਿਰ ਵੀ ਕੁਝ ਨਾ ਕਿਹਾ। ਮੁੰਡੇ ਨੇ ਮਹਿਸੂਸ ਕੀਤਾ ਕਿ ਫੈਸਲਾ ਖੁਦ ਉਸਨੂੰ ਹੀ ਕਰਨਾ ਪੈਣਾ ਹੈ। ਆਪਣੀ ਪੋਟਲੀ ਵਿੱਚ ਉਸਨੇ ਆਪਣੀ ਜੈਕਟ ਕੱਢੀ। ਮਾਰੂਥਲ ਵਿੱਚ ਉਸਨੂੰ ਇਸ ਦੀ ਲੋੜ ਨਹੀਂ ਸੀ ਪੈਣੀ। ਜੈਕਟ ਬਾਹਰ ਕੱਢਦੇ ਹੋਏ ਉਸਨੇ ਸ਼ੀਸ਼ੇ ਦਾ ਸਮਾਨ ਸਾਫ਼ ਕਰਨਾ ਸ਼ੁਰੂ ਕਰ ਦਿੱਤਾ। ਅੱਧੇ ਘੰਟੇ ਵਿੱਚ ਹੀ ਉਸਨੇ ਖਿੜਕੀ ਵਿੱਚ ਪਿਆ ਸਾਰਾ ਸਮਾਨ ਸਾਫ਼ ਕਰ ਦਿੱਤਾ। ਜਦੋਂ ਉਹ ਸਫਾਈ ਕਰ ਰਿਹਾ ਸੀ ਤਾਂ ਦੋ ਗਾਹਕ ਦੁਕਾਨ ਵਿੱਚ ਆਏ ਅਤੇ ਉਹਨਾਂ ਕੁਝ ਸਮਾਨ ਖਰੀਦ ਲਿਆ। ਜਦੋਂ ਉਸਨੇ ਸਫਾਈ ਦਾ ਕੰਮ ਮੁਕਾ ਲਿਆ ਤਾਂ ਮੁੰਡੇ ਨੇ ਦੁਕਾਨਦਾਰ ਤੋਂ ਖਾਣ ਲਈ ਕੁਝ ਮੰਗਿਆ। ਦੁਕਾਨਦਾਰ ਕਹਿਣ ਲੱਗਾ, ਚਲੋ ਚੱਲ ਕੇ ਦੁਪਹਿਰ ਦਾ ਖਾਣਾ ਖਾਂਦੇ ਹਾਂ। ਉਹਨਾਂ ਦਰਵਾਜ਼ੇ ਤੇ ਦੁਕਾਨ ਬੰਦ ਹੋਣ ਵਾਲੀ ਤਖਤੀ ਲਾਈ ਅਤੇ ਲਾਗੇ ਹੀ ਛੋਟੇ ਜਿਹੇ ਢਾਬੇ ਵਿੱਚ ਚਲੇ ਗਏ। ਜਿਉਂ ਹੀ ਉਹ ਇਸ ਢਾਬੇ ਦੇ ਇੱਕੋ ਮੇਜ਼ ਤੇ ਜਾ ਕੇ ਬੈਠੇ ਤਾਂ ਕ੍ਰਿਸਟਲ ਵਪਾਰੀ ਹੱਸਣ ਲੱਗ ਪਿਆ। ਉਸ ਕਿਹਾ, ਤੈਨੂੰ ਇਹਨਾਂ ਵਸਤਾਂ ਦੀ ਸਫਾਈ ਕਰਨ ਦੀ ਲੋੜ ਨਹੀਂ ਸੀ। ਕੁਰਾਨ ਮੁਤਾਬਿਕ ਭੁੱਖੇ ਨੂੰ ਖਾਣਾ ਖਿਲਾਉਣਾ ਮੇਰਾ ਫਰਜ਼ ਬਣਦਾ ਹੈ। ਮੁੰਡੇ ਨੇ ਪੁੱਛਿਆ, ਤਾਂ ਫਿਰ ਤੁਸੀਂ ਮੈਨੂੰ ਸਫਾਈ ਕਰਨ ਕਿਉਂ ਦਿੱਤੀ? ਕਿਉਂਕਿ ਸਮਾਨ ਬੜਾ ਗੰਦਾ ਹੋ ਗਿਆ ਸੀ। ਨਾਲ ਹੀ ਤੈਨੂੰ ਅਤੇ ਮੈਨੂੰ ਆਪਣੇ ਮਨਾਂ ਵਿੱਚ ਨਾਹਦਰੂ ਵਿਚਾਰ ਵਿੱਚ ਪੁੰਜਣ ਦੀ ਲੋੜ ਸੀ। ਜਦੋਂ ਖਾ ਚੁੱਕੇ ਤਾਂ ਵਪਾਰੀ ਨੇ ਮੁੰਡੇ ਨੂੰ ਕਿਹਾ, ਮੈਂ ਤੁਹਾਨੂੰ ਆਪਣੀ ਦੁਕਾਨ ਵਿੱਚ ਕੰਮ ਦੇਣਾ ਚਾਹੁੰਦਾ ਹਾਂ। ਜਦੋਂ ਤੂੰ ਸਮਾਨ ਪੂੰਝ ਰਿਹਾ ਸੀ ਤਾਂ ਦੋ ਗਾਹਕ ਆਏ ਸਨ ਅਤੇ ਇਹ ਸ਼ੁਭ ਸ਼ਗਨ ਹੈ। ਆਜੜੀ ਨੇ ਸੋਚਿਆ ਕਿ ਲੋਕ ਸ਼ਗਨਾਂ ਦੀਆਂ ਨਿਸ਼ਾਨੀਆਂ ਬਾਰੇ ਬਹੁਤ ਗੱਲਾਂ ਕਰਦੇ ਹਨ, ਪਰ ਉਹ ਜਾਣਦੇ ਨਹੀਂ ਹਨ ਕਿ ਇਹਨਾਂ ਦਾ ਮਤਲਬ ਕੀ ਹੁੰਦਾ ਹੈ। ਐਨ ਉਸੇ ਤਰ੍ਹਾਂ ਜਿਵੇਂ ਮੈਂ ਵੀ ਕਈ ਸਾਲਾਂ ਤੱਕ ਨਹੀਂ ਸੀ ਜਾਣ ਸਕਿਆ ਕਿ ਆਪਣੀਆਂ ਭੇਡਾਂ ਨਾਲ ਬਿਨਾਂ ਸ਼ਬਦਾਂ ਦੀ ਭਾਸ਼ਾ ਵਿੱਚ ਗੱਲ ਕਰਦਿਆਂ ਆ ਰਿਹਾ ਸਾਂ। ਕੀ ਤੂੰ ਮੇਰੀ ਦੁਕਾਨ ਤੇ ਕੰਮ ਕਰਨਾ ਚਾਹੇਗਾ? ਵਪਾਰੀ ਨੇ ਪੁੱਛਿਆ। ਮੁੰਡਾ ਕਹਿਣ ਲੱਗਾ, ਮੈਂ ਦਿਨ ਦਾ ਬਾਕੀ ਹਿੱਸਾ ਵੀ ਕੰਮ ਕਰ ਸਕਦਾ ਹਾਂ। ਮੈਂ ਸਾਰੀ ਰਾਤ ਕੰਮ ਕਰਦਾ ਰਹਾਂਗਾ, ਸਵੇਰ ਤੱਕ ਕਰਾਂਗਾ ਅਤੇ ਤੁਹਾਡੀ ਦੁਕਾਨ ਦੇ ਇਕੱਲੇ ਸਮਾਨ ਨੂੰ ਪੂੰਝ ਦੇਵਾਂਗਾ। ਇਸ ਦੇ ਬਦਲੇ ਮੈਨੂੰ ਕੱਲ ਨੂੰ ਮਿਸਰ ਜਾਣ ਲਈ ਪੈਸੇ ਚਾਹੀਦੇ ਹਨ। ਦੁਕਾਨਦਾਰ ਹੱਸਿਆ, ਜੇ ਤੂੰ ਮੇਰੀ ਦੁਕਾਨ ਦਾ ਸਮਾਨ ਸਾਲ ਭਰ ਸਾਫ਼ ਕਰਦਾ ਰਵੇਂ, ਜੇ ਤੂੰ ਵੇਚੇ ਗਏ ਹਰੇਕ ਸਮਾਨ ਤੇ ਚੰਗਾ ਕਮਿਸ਼ਨ ਵੀ ਲਵੇਂ, ਤਾਂ ਵੀ ਮਿਸਰ ਜਾਣ ਲਈ ਤੈਨੂੰ ਪੈਸੇ ਉਧਾਰੇ ਹੀ ਮੰਗਣੇ ਪੈਣੇ। ਇਸ ਥਾਂ ਤੋਂ ਮਿਸਰ ਤੱਕ ਹਜ਼ਾਰਾਂ ਕਿਲੋਮੀਟਰ ਲੰਬਾ ਮਾਰੂਥਲ ਫੈਲਿਆ ਹੋਇਆ ਹੈ। ਕੁਝ ਪਲ ਇੰਨੀ ਚੁੱਪ ਛਾ ਗਈ ਜਿਵੇਂ ਸਾਰਾ ਸ਼ਹਿਰ ਹੀ ਸੁੱਤਾ ਪਿਆ ਹੋਵੇ। ਬਾਜ਼ਾਰਾਂ ਵਿੱਚੋਂ ਕੋਈ ਆਵਾਜ਼ ਨਹੀਂ ਸੀ ਆ ਰਹੀ। ਵਪਾਰੀਆਂ ਵਿਚਾਲੇ ਕੋਈ ਬਹਿਸ ਨਹੀਂ ਸੀ ਹੋ ਰਹੀ ਅਤੇ ਗੁੰਬਦੇ ਤੇ ਚੜ੍ਹ ਕੇ ਲੋਕ ਅਜ਼ਾਨਾਂ ਨਹੀਂ ਸੀ ਦੇ ਰਹੇ। ਦੁਕਾਨਦਾਰ ਨੇ ਮੁੰਡੇ ਵੱਲ ਧਿਆਨ ਨਾਲ ਦੇਖਿਆ। ਜਿਹੜੀ ਖੁਸ਼ੀ ਉਸਨੇ ਸਵੇਰ ਵੇਲੇ ਦੇਖੀ ਸੀ ਉਹ ਇੱਕਦਮ ਹੀ ਲੋਪ ਹੋ ਗਈ ਸੀ। ਉਹ ਕਹਿਣ ਲੱਗਾ, ਪੁੱਤਰ, ਮੈਂ ਤੈਨੂੰ ਤੇਰੇ ਦੇਸ਼ ਪਰਤਣ ਜੋਗੇ ਪੈਸੇ ਦੇ ਸਕਦਾ ਹਾਂ। ਮੁੰਡੇ ਨੇ ਕੁਝ ਨਾ ਕਿਹਾ। ਉਹ ਉੱਠ ਖੜਾ ਹੋਇਆ, ਆਪਣੇ ਕੱਪੜੇ ਠੀਕ ਕੀਤੇ ਅਤੇ ਆਪਣੀ ਪੋਟਲੀ ਚੁੱਕ ਲਈ। ਉਸ ਕਿਹਾ, ਮੈਂ ਤੇਰੇ ਕੋਲ ਕੰਮ ਕਰਾਂਗਾ। ਲੰਬੇ ਸਮੇਂ ਤੱਕ ਚੁੱਪ ਰਹਿਣ ਤੋਂ ਬਾਅਦ ਉਸ ਫੇਰ ਕਿਹਾ, ਮੈਨੂੰ ਕੁਝ ਭੇਡਾਂ ਖਰੀਦਣ ਲਈ ਪੈਸਿਆਂ ਦੀ ਲੋੜ ਹੈ। ਮੁੰਡਾ ਕਰੀਬ ਮਹੀਨੇ ਪਰ ਤੋਂ ਕ੍ਰਿਸਟਲ ਦੇ ਵਪਾਰੀ ਕੋਲ ਕੰਮ ਕਰ ਰਿਹਾ ਸੀ ਅਤੇ ਉਸਨੂੰ ਮਹਿਸੂਸ ਹੋ ਰਿਹਾ ਸੀ ਕਿ ਇਹ ਕੰਮ ਕਰਦਿਆਂ ਹੋਇਆ ਉਸਨੂੰ ਖੁਸ਼ੀ ਨਹੀਂ ਮਿਲ ਸਕਦੀ। ਵਪਾਰੀ ਸਾਰਾ ਦਿਨ ਹੀ ਕਾਊਂਟਰ ਦੇ ਪਿੱਛੇ ਬੈਠਾ ਕੁਝ ਨਾ ਕੁਝ ਬੋਲਦਾ ਰਹਿੰਦਾ ਸੀ ਅਤੇ ਮੁੰਡੇ ਨੂੰ ਕਹਿੰਦਾ ਰਹਿੰਦਾ ਸੀ ਉਹ ਕੱਚ ਦਾ ਸਮਾਨ ਸੰਭਾਲ ਕੇ ਚੁੱਕੇ ਅਤੇ ਕੋਈ ਚੀਜ਼ ਤੋੜ ਨਾ ਦੇਵੇ। ਭਾਗ ਦੂਜਾ। ਪਰ ਉਹ ਇਸ ਲਈ ਨੌਕਰੀ ਕਰ ਰਿਹਾ ਸੀ ਕਿਉਂਕਿ ਵਪਾਰੀ ਬੁੱਢਾ ਖਪਤੀ ਹੋਣ ਦੇ ਬਾਵਜੂਦ ਉਸ ਨਾਲ ਚੰਗਾ ਵਰਤਾਓ ਕਰਦਾ ਸੀ। ਮੁੰਡੇ ਨੂੰ ਉਸ ਵੱਲੋਂ ਵੇਚੇ ਗਏ ਹਰ ਸਮਾਨ ਤੇ ਚੰਗਾ ਕਮਿਸ਼ਨ ਮਿਲਦਾ ਸੀ। ਉਸਨੇ ਹੁਣੇ ਤੋਂ ਹੀ ਕੁਝ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ ਸਨ। ਉਸੇ ਸਵੇਰ ਉਹ ਕੁਝ ਹਿਸਾਬ ਕਿਤਾਬ ਕਰ ਰਿਹਾ ਸੀ। ਜੇ ਉਹ ਉਸੇ ਤਰ੍ਹਾਂ ਹਰ ਰੋਜ਼ ਕੰਮ ਕਰਦਾ ਰਹੇ ਜਿਸ ਤਰ੍ਹਾਂ ਉਹ ਕਰਦਾ ਆ ਰਿਹਾ ਹੈ ਤਾਂ ਕੁਝ ਭੇਡਾਂ ਖਰੀਦਣ ਲਈ ਉਸਨੂੰ ਸਾਰਾ ਸਾਲ ਲੱਗ ਜਾਵੇਗਾ। ਮੁੰਡੇ ਨੇ ਵਪਾਰੀ ਨੂੰ ਕਿਹਾ, ਮੈਂ ਦੁਕਾਨ ਦੇ ਬਾਹਰ ਲਾਉਣ ਲਈ ਇੱਕ ਸ਼ੋਕੇਸ ਬਣਾਉਣਾ ਚਾਹੁੰਦਾ ਹਾਂ। ਅਸੀਂ ਇਸ ਨੂੰ ਦੁਕਾਨ ਦੇ ਬਾਹਰ ਰੱਖ ਦਿਆਂਗੇ ਜਿਸ ਨਾਲ ਪਹਾੜੀ ਤੇ ਆਉਂਦੇ ਲੋਕਾਂ ਦਾ ਧਿਆਨ ਖਿੱਚਿਆ ਜਾਏਗਾ। ਦੁਕਾਨਦਾਰ ਨੇ ਜਵਾਬ ਦਿੱਤਾ, ਮੈਂ ਕਦੇ ਵੀ ਕੋਈ ਸ਼ੋਕੇਸ ਨਹੀਂ ਲਾਇਆ। ਲੋਕ ਲੰਘਦੇ ਇਹਦੇ ਵਿੱਚ ਵੱਜਣਗੇ ਅਤੇ ਇਸ ਦੇ ਵਿੱਚ ਪਿਆ ਸ਼ੀਸ਼ੇ ਦਾ ਸਮਾਨ ਟੁੱਟ ਜਾਵੇਗਾ। ਜਦੋਂ ਆਪਣੀਆਂ ਭੇਡਾਂ ਨੂੰ ਖੇਤਾਂ ਵਿੱਚ ਲਿਜਾਇਆ ਕਰਦਾ ਸੀ ਤਾਂ ਕਦੇ ਸੱਪ ਦੇ ਡਸਣ ਨਾਲ ਉਹਨਾਂ ਵਿੱਚੋਂ ਕੁਝ ਮਰ ਵੀ ਜਾਂਦੀਆਂ ਸਨ। ਪਰ ਭੇਡਾਂ ਤੇ ਆਜੜੀਆਂ ਦੀ ਜ਼ਿੰਦਗੀ ਵਿੱਚ ਇਸੇ ਤਰ੍ਹਾਂ ਹੁੰਦਾ ਆ ਰਿਹਾ ਹੈ। ਦੁਕਾਨਦਾਰ ਕ੍ਰਿਸਟਲ ਦੇ 3 ਗਲਾਸ ਖਰੀਦਣ ਆਏ ਇੱਕ ਗਾਹਕ ਵੱਲ ਮੁੜ ਗਿਆ। ਉਸਦੀ ਵਿਕਰੀ ਚੰਗੀ ਹੋ ਰਹੀ ਸੀ। ਇੰਜ ਲੱਗਦਾ ਸੀ ਜਿਵੇਂ ਹਾਲਾਤ ਮੁੜ ਉਨ੍ਹਾਂ ਹੀ ਪੁਰਾਣੇ ਦਿਨਾਂ ਵੱਲ ਨੂੰ ਮੁੜਦੇ ਜਾ ਰਹੇ ਹਨ ਜਦੋਂ ਇਹ ਗਲੀ ਟੈਂਗਰ ਦੀ ਸਭ ਤੋਂ ਅਹਿਮ ਗਲੀ ਹੁੰਦੀ ਸੀ। ਗਾਹਕ ਦੇ ਜਾਣ ਤੋਂ ਬਾਅਦ ਉਸਨੇ ਮੁੰਡੇ ਨੂੰ ਕਿਹਾ,
ਕਾਰੋਬਾਰ ਸੱਚਮੁੱਚ ਹੀ ਚੱਲ ਨਿਕਲਿਆ ਹੈ। ਮੇਰੀ ਹਾਲਤ ਕਾਫੀ ਚੰਗੀ ਹੋ ਗਈ ਹੈ ਅਤੇ ਤੂੰ ਛੇਤੀ ਹੀ ਮੁੜ ਆਪਣੀਆਂ ਭੇਡਾਂ ਕੋਲ ਜਾ ਸਕੇਗਾ। ਜ਼ਿੰਦਗੀ ਵਿੱਚ ਇਸ ਤੋਂ ਬਾਅਦ ਤੈਨੂੰ ਹੋਰ ਕੀ ਚਾਹੀਦਾ ਹੈ? ਕਿਉਂਕਿ ਸਾਨੂੰ ਨਿਸ਼ਾਨੀਆਂ ਦਾ ਹੁੰਗਾਰਾ ਭਰਨਾ ਚਾਹੀਦਾ ਹੈ। ਮੁੰਡੇ ਨੇ ਇਹ ਗੱਲ ਕਹੀ। ਹਾਲਾਂਕਿ ਉਸਦੀ ਕਹਿਣ ਦੀ ਮਨਸ਼ਾ ਨਹੀਂ ਸੀ, ਪਰ ਉਸਨੂੰ ਇਹ ਗੱਲ ਕਹਿਣ ਦਾ ਅਫਸੋਸ ਹੋਇਆ, ਕਿਉਂਕਿ ਵਪਾਰੀ ਤਾਂ ਬਾਦਸ਼ਾਹ ਨੂੰ ਮਿਲਿਆ ਹੀ ਨਹੀਂ ਸੀ। ਬੁੱਢੇ ਬਾਦਸ਼ਾਹ ਨੇ ਕਿਹਾ ਸੀ, ਇਸ ਨੂੰ ਰਿਆਇਤ ਦਾ ਅਸੂਲ ਕਿਹਾ ਜਾਂਦਾ ਹੈ, ਨਵਿਆਂ ਦੀ ਕਿਸਮਤ, ਕਿਉਂਕਿ ਜ਼ਿੰਦਗੀ ਚਾਹੁੰਦੀ ਹੈ ਕਿ ਤੂੰ ਆਪਣੀ ਹੋਣੀ ਨੂੰ ਹਾਸਿਲ ਕਰੇ। ਪਰ ਮੁੰਡੇ ਨੇ ਜੋ ਗੱਲ ਕਹੀ ਸੀ ਉਸਨੂੰ ਵਪਾਰੀ ਸਮਝ ਗਿਆ ਸੀ। ਮੁੰਡੇ ਦੀ ਦੁਕਾਨ ਵਿੱਚ ਮੌਜੂਦਗੀ ਹੀ ਇੱਕ ਨਿਸ਼ਾਨੀ ਸੀ ਅਤੇ ਜਿਉਂ-ਜਿਉਂ ਸਮਾਂ ਬੀਤਦਾ ਗਿਆ ਤਿਉਂ-ਤਿਉਂ ਹੀ ਉਸਦੇ ਗੱਲੇ ਵਿੱਚ ਪੈਸੇ ਆਉਂਦੇ ਗਏ। ਉਸਨੇ ਮੁੰਡੇ ਨੂੰ ਨੌਕਰ ਰੱਖਣ ਦਾ ਕੋਈ ਮਲਾਲ ਨਹੀਂ ਸੀ। ਉਸਨੇ ਮੁੰਡੇ ਨੂੰ ਉਸਦੀ ਬੁਕਤ ਨਾਲੋਂ ਵੱਧ ਪੈਸੇ ਦਿੱਤੇ, ਕਿਉਂਕਿ ਵਪਾਰੀ ਨੇ ਇਹ ਸੋਚਦੇ ਹੋਏ ਕਿ ਵਿਕਰੀ ਇੰਨੀ ਨਹੀਂ ਵੱਧ ਸਕਣੀ, ਮੁੰਡੇ ਨੂੰ ਕਾਫੀ ਵੱਡੇ ਕਮਿਸ਼ਨ ਦੀ ਪੇਸ਼ਕਸ਼ ਕਰ ਦਿੱਤੀ ਸੀ। ਉਸਨੇ ਇਹ ਵੀ ਮੰਨ ਲਿਆ ਸੀ ਕਿ ਛੇਤੀ ਹੀ ਆਪਣੀਆਂ ਭੇਡਾਂ ਕੋਲ ਚਲਾ ਜਾਏਗਾ। ਤੂੰ ਪਿਰਾਮਿਡਾਂ ਕੋਲ ਕਿਉਂ ਜਾਣਾ ਚਾਹੁੰਦਾ ਹੈ? ਉਸਨੇ ਸ਼ੋਕੇਸ ਦੇ ਮਾਮਲੇ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਿਆਂ ਹੋਇਆ ਸਵਾਲ ਪੁੱਛਿਆ। ਕਿਉਂਕਿ ਮੈਂ ਸਦਾ ਉਹਨਾਂ ਬਾਰੇ ਸੁਣਦਾ ਆ ਰਿਹਾ ਹਾਂ, ਮੁੰਡੇ ਨੇ ਜਵਾਬ ਦਿੱਤਾ, ਪਰ ਆਪਣੇ ਸੁਪਨੇ ਬਾਰੇ ਕੁਝ ਨਾ ਕਿਹਾ। ਖਜ਼ਾਨਾ ਹੁਣ ਸਿਰਫ ਇੱਕ ਦੁਖਦਾਈ ਯਾਦ ਰਹਿ ਗਿਆ ਸੀ, ਇਸ ਲਈ ਉਹ ਇਸ ਬਾਰੇ ਸੋਚਣ ਤੋਂ ਵੀ ਬਚਦਾ ਸੀ। ਵਪਾਰੀ ਕਹਿਣ ਲੱਗਾ, ਮੈਂ ਤਾਂ ਇੱਥੇ ਕਿਸ ਨੂੰ ਨਹੀਂ ਜਾਣਦਾ ਜਿਸਨੇ ਪਿਰਾਮਿਡ ਦੇਖਣ ਲਈ ਸਾਰਾ ਮੁਰਥਲ ਪਾਰ ਕੀਤਾ ਹੋਵੇ। ਉਹ ਤਾਂ ਸਿਰਫ ਪੱਥਰ ਦੀ ਢੇਰੀ ਹਨ। ਤੂੰ ਚਾਹੇ ਤਾਂ ਇੱਥੇ ਆਪਣਾ ਘਰ ਬਣਾ ਸਕਦਾ ਹੈ। ਤੂੰ ਕਦੇ ਵੀ ਸਫ਼ਰ ਕਰਨ ਦੇ ਸੁਪਨੇ ਨਹੀਂ ਲਏ, ਮੁੰਡੇ ਨੇ ਕਿਹਾ ਅਤੇ ਦੁਕਾਨ ਵਿੱਚ ਦਾਖਲ ਹੋਏ ਗਾਹਕ ਵੱਲ ਨੂੰ ਮੁੜ ਪਿਆ। 2 ਦਿਨ ਬਾਅਦ ਦੁਕਾਨਦਾਰ ਨੇ ਮੁੰਡੇ ਨਾਲ ਸ਼ੋਕੇਸ ਬਾਰੇ ਗੱਲ ਕੀਤੀ। ਉਹ ਕਹਿਣ ਲੱਗਾ, ਮੈਨੂੰ ਤਬਦੀਲੀ ਬਹੁਤ ਹੀ ਪਸੰਦ ਨਹੀਂ। ਅਸੀਂ ਉਸ ਅਮੀਰ ਵਪਾਰੀ ਹਸਨ ਵਰਗੇ ਨਹੀਂ ਹਾਂ ਜੋ ਖਰੀਦਦਾਰੀ ਵਿੱਚ ਕੋਈ ਗਲਤੀ ਕਰ ਲਵੇ ਤਾਂ ਉਸਨੂੰ ਬਹੁਤਾ ਫਰਕ ਨਹੀਂ ਪੈਂਦਾ, ਪਰ ਸਾਨੂੰ ਆਪਣੀਆਂ ਗਲਤੀਆਂ ਦਾ ਖਾਮਿਆਜ਼ਾ ਭੁਗਤਣਾ ਪੈਂਦਾ ਹੈ। ਮੁੰਡੇ ਨੇ ਮਨ ਹੀ ਮਨ ਅਫਸੋਸ ਕਰਦੇ ਹੋਏ ਸੋਚਿਆ ਕਿ ਇਹ ਗੱਲ ਸਹੀ ਹੈ। ਸ਼ੋਕੇਸ ਬਣਾਉਣ ਬਾਰੇ ਤੇਰੇ ਮਨ ਵਿੱਚ ਵਿਚਾਰ ਕਿਉਂ ਆਈ? ਵਪਾਰੀ ਨੇ ਪੁੱਛਿਆ। ਮੈਂ ਛੇਤੀ ਤੋਂ ਛੇਤੀ ਆਪਣੀਆਂ ਭੇਡਾਂ ਕੋਲ ਵਾਪਸ ਜਾਣਾ ਚਾਹੁੰਦਾ ਹਾਂ। ਜਦੋਂ ਕਿਸਮਤ ਸਾਡੇ ਵੱਲ ਹੈ ਤਾਂ ਸਾਨੂੰ ਇਸ ਦਾ ਲਾਭ ਉਠਾਉਣਾ ਚਾਹੀਦਾ ਹੈ ਅਤੇ ਇਸ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਇਹ ਵੀ ਸਾਡੀ ਮਦਦ ਕਰ ਰਹੀ ਹੈ। ਇਸ ਨੂੰ ਰਿਆਇਤ ਦਾ ਅਸੂਲ ਕਹਿੰਦੇ ਹਨ ਜਾਂ ਫਿਰ ਨਵਿਆਂ ਦੀ ਕਿਸਮਤ। ਵਪਾਰੀ ਕੁਝ ਪਲਾਂ ਲਈ ਚੁੱਪ ਰਿਹਾ, ਪਰ ਉਹ ਫਿਰ ਕਹਿਣ ਲੱਗਾ, ਹਜ਼ਰਤ ਮੁਹੰਮਦ ਨੇ ਸਾਨੂੰ ਕੁਰਾਨ ਦਿੱਤੀ ਅਤੇ ਸਾਡੇ ਜਿੰਮੇ ਜ਼ਿੰਦਗੀ ਵਿੱਚ 5 ਕਰਨ ਜੋਗੇ ਕੰਮ ਦਿੱਤੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਸਿਰਫ ਇੱਕ ਸੱਚੇ ਅੱਲਾ ਵਿੱਚ ਯਕੀਨ ਰੱਖੀਏ। ਦੂਜੀਆਂ ਗੱਲਾਂ ਵਿੱਚ 5 ਵਾਰੀ ਨਮਾਜ਼ ਪੜ੍ਹਨਾ, ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਣਾ ਅਤੇ ਗਰੀਬਾਂ ਨੂੰ ਦਾਨ ਦੇਣਾ ਸ਼ਾਮਿਲ ਹਨ। ਉਹ ਇਹਨਾਂ ਕਹਿ ਕੇ ਚੁੱਪ ਕਰ ਗਿਆ। ਪੈਗੰਬਰ ਦੀਆਂ ਗੱਲਾਂ ਕਰਦੇ ਹੋਏ ਉਸਦੀਆਂ ਅੱਖਾਂ ਵਿੱਚ ਅੱਥਰੂ ਆ ਗਏ। ਉਹ ਬੜਾ ਧਾਰਮਿਕ ਬੰਦਾ ਸੀ ਅਤੇ ਉਹ ਬੜਾ ਬੇਸਬਰਾ ਸੀ। ਫਿਰ ਵੀ ਉਹ ਆਪਣੀ ਜ਼ਿੰਦਗੀ ਇਸਲਾਮੀ ਸ਼ਰਅ ਮੁਤਾਬਿਕ ਜਿਉਣਾ ਚਾਹੁੰਦਾ ਸੀ। 5ਵੀਂ ਜ਼ਿੰਮੇਵਾਰੀ ਕੀ ਹੈ? ਮੁੰਡੇ ਨੇ ਪੁੱਛਿਆ। ਵਪਾਰੀ ਦਾ ਜਵਾਬ ਸੀ, 2 ਦਿਨ ਪਹਿਲਾਂ ਤੂੰ ਕਿਹਾ ਸੀ ਕਿ ਮੈਂ ਕਦੇ ਵੀ ਸਫ਼ਰ ਕਰਨ ਦਾ ਸੁਪਨਾ ਨਹੀਂ ਲਿਆ। ਹਰੇਕ ਮੁਸਲਮਾਨ ਦੀ 5ਵੀਂ ਜ਼ਿੰਮੇਵਾਰੀ ਹੱਜ ਕਰਨਾ ਹੈ। ਸਾਡਾ ਫਰਜ਼ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਘੱਟੋ ਘੱਟ ਇੱਕ ਵਾਰੀ ਜ਼ਰੂਰ ਹੀ ਮੱਕੇ ਦੇ ਮੁਕੱਦਸ ਸ਼ਹਿਰ ਦੀ ਯਾਤਰਾ ਕਰੀਏ। ਮੱਕਾ ਤਾਂ ਪਿਰਾਮਿਡਾਂ ਤੋਂ ਵੀ ਕਿਤੇ ਦੂਰ ਹੈ। ਜਦੋਂ ਮੈਂ ਜਵਾਨ ਸਾਂ ਤਾਂ ਮੇਰੀ ਇੱਕੋ ਇੱਕ ਇੱਛਾ ਇਹ ਹੁੰਦੀ ਸੀ ਕਿ ਮੇਰੇ ਕੋਲ ਦੁਕਾਨ ਸ਼ੁਰੂ ਕਰਨ ਜੋਗੇ ਪੈਸੇ ਹੋਣ। ਮੈਂ ਸੋਚਦਾ ਸੀ ਕਿ ਕਿਸੇ ਦਿਨ ਮੈਂ ਅਮੀਰ ਹੋਵਾਂਗਾ ਅਤੇ ਮੱਕੇ ਤੱਕ ਜਾ ਸਕਾਂਗਾ। ਮੈਂ ਕੁਝ ਪੈਸੇ ਕਮਾਉਣੇ ਸ਼ੁਰੂ ਕੀਤੇ, ਪਰ ਮੇਰੇ ਵਿੱਚ ਇੰਨੀ ਸਮਰੱਥਾ ਨਹੀਂ ਸੀ ਕਿ ਮੈਂ ਆਪਣੀ ਦੁਕਾਨ ਕਿਸੇ ਹੋਰ ਦੇ ਹਵਾਲੇ ਕਰਕੇ ਜਾ ਸਕਾਂ। ਕ੍ਰਿਸਟਲ ਦਾ ਸਮਾਨ ਬੜਾ ਨਾਜ਼ੁਕ ਹੁੰਦਾ ਹੈ। ਇਸ ਸਮੇਂ ਦੌਰਾਨ ਮੱਕੇ ਜਾਣ ਵਾਲੇ ਲੋਕ ਮੇਰੀ ਦੁਕਾਨ ਦੇ ਬਾਹਰ ਵੀ ਲੰਘਦੇ ਰਹਿੰਦੇ ਸਨ। ਉਹਨਾਂ ਵਿੱਚੋਂ ਕੁਝ ਅਮੀਰ ਯਾਤਰੂ ਹੁੰਦੇ ਸਨ ਜਿਨ੍ਹਾਂ ਦੇ ਕਾਫਲੇ ਚੱਲਦੇ ਸਨ, ਜਿਨ੍ਹਾਂ ਵਿੱਚ ਨੌਕਰ ਚਾਕਰ ਅਤੇ ਊਠ ਹੁੰਦੇ ਸਨ, ਪਰ ਬਹੁਤੇ ਲੋਕ ਮੇਰੇ ਨਾਲੋਂ ਵੀ ਗਰੀਬ ਸਨ। ਜਿਹੜੇ ਲੋਕ ਵੀ ਮੱਕੇ ਜਾਂਦੇ ਸਨ ਉਹ ਬੜੇ ਖੁਸ਼ ਹੁੰਦੇ ਸਨ। ਉਹ ਮੱਕੇ ਦੀ ਯਾਤਰਾ ਦੀਆਂ ਨਿਸ਼ਾਨੀਆਂ ਆਪਣੇ ਆਪਣੇ ਘਰਾਂ ਦੇ ਦਰਵਾਜ਼ਿਆਂ ਤੇ ਟੰਗ ਦਿੰਦੇ ਸਨ। ਜੁੱਤੀਆਂ ਮੁਰੰਮਤ ਕਰਨ ਵਾਲੇ ਇੱਕ ਮੋਚੀ ਦਾ ਕਹਿਣਾ ਹੈ ਕਿ ਉਸਨੇ ਮਾਰੂਥਲ ਪਾਰ ਕਰਨ ਲਈ ਸਾਲ ਭਰ ਦਾ ਸਮਾਂ ਲਾਇਆ, ਪਰ ਉਸਨੂੰ ਰਤਾ ਥਕਾਵਟ ਨਹੀਂ ਹੋਈ। ਹਾਲਾਂਕਿ ਟੈਂਗੀਅਰ ਦੇ ਗਲੀਆਂ ਵਿੱਚ ਚਮੜਾ ਖਰੀਦਣ ਲਈ ਤੁਰਦੇ ਸਮੇਂ ਉਹ ਥੱਕ ਜਾਂਦਾ ਸੀ। ਤਾਂ ਫਿਰ ਤੂੰ ਹੁਣ ਕਿਉਂ ਨਹੀਂ ਮੱਕੇ ਚਲੇ ਜਾਂਦਾ? ਮੁੰਡੇ ਨੇ ਪੁੱਛਿਆ। ਕਿਉਂਕਿ ਮੱਕੇ ਜਾਣ ਦਾ ਵਿਚਾਰ ਹੀ ਮੈਨੂੰ ਜਿਉਂਦਾ ਰੱਖ ਰਿਹਾ ਹੈ। ਇਸੇ ਕਾਰਨ ਹੀ ਮੈਨੂੰ ਇਹਨਾਂ ਦਿਨਾਂ ਦਾ ਸਾਹਮਣਾ ਕਰਨ ਵਿੱਚ ਮਦਦ ਮਿਲਦੀ ਹੈ, ਜਿਹੜੇ ਸਾਰੇ ਇੱਕੋ ਜਿਹੇ ਹੀ ਹਨ। ਸ਼ੈਲਫਾਂ ਤੇ ਪਏ ਇਹਨਾਂ ਗੂੰਗੇ ਸਮਾਨ ਨਾਲ ਸਮਾਂ ਬਿਤਾ ਰਿਹਾ ਹਾਂ ਅਤੇ ਹਰ ਰੋਜ਼ ਹੀ ਇਸ ਭੈੜੇ ਜਿਹੇ ਢਾਬੇ ਤੇ ਦੁਪਹਿਰ ਤੇ ਰਾਤ ਦਾ ਖਾਣਾ ਖਾ ਸਕਦਾ ਹਾਂ। ਮੈਨੂੰ ਡਰ ਹੈ ਕਿ ਜੇ ਮੇਰਾ ਸੁਪਨਾ ਪੂਰਾ ਹੋ ਗਿਆ ਤਾਂ ਮੇਰੇ ਕੋਲ ਜਿਉਂਦੇ ਰਹਿਣ ਦਾ ਕੋਈ ਬਹਾਨਾ ਨਹੀਂ ਬਚੇਗਾ। ਤੂੰ ਆਪਣੀਆਂ ਭੇਡਾਂ ਤੇ ਪਿਰਾਮਿਡਾਂ ਦੇ ਸੁਪਨੇ ਲੈਂਦਾ ਹੈ, ਪਰ ਤੂੰ ਮੇਰੇ ਨਾਲੋਂ ਅਲੱਗ ਹੈ, ਕਿਉਂਕਿ ਤੂੰ ਸੁਪਨੇ ਪੂਰੇ ਕਰਨਾ ਚਾਹੁੰਦਾ ਹੈ।
मैं सिर्फ मक्के दे सुपने लेना चाਹੁੰਦਾ ਹਾਂ। मैं हज़ारां वारी मारुथल ਨੂੰ ਪਾਰ ਕਰਨ, ਪਵਿੱਤਰ ਪੱਥਰ ਵਾਲੀ ਥਾਂ ਪਹੁੰਚਣ, ਇਸ ਦੇ ਦੁਆਲੇ 7 ਚੱਕਰ ਕੱਟਣ ਅਤੇ ਫਿਰ ਇਸ ਨੂੰ ਛੂਹਣ ਦੀ ਕਲਪਨਾ ਕਰ ਚੁੱਕਾ ਹਾਂ। ਮੈਂ ਤਾਂ ਉਹਨਾਂ ਲੋਕਾਂ ਦੀ ਵੀ ਕਲਪਨਾ ਕਰ ਚੁੱਕਾ ਹਾਂ ਜਿਹੜੇ ਮੇਰੇ ਨਾਲ ਹੋਣਗੇ, ਜਿਹੜੇ ਮੇਰੇ ਮੂਹਰੇ ਹੋਣਗੇ ਤੇ ਜਿਹੜੀ ਗੱਲਬਾਤ ਤੇ ਪ੍ਰਾਰਥਨਾ ਅਸੀਂ ਇਕੱਠਿਆਂ ਕਰਾਂਗੇ। ਪਰ ਮੈਨੂੰ ਡਰ ਹੈ ਕਿ ਮੈਨੂੰ ਇਸ ਸਭ ਕਾਸੇ ਪਿੱਛੋਂ ਨਿਰਾਸ਼ਾ ਹੀ ਮਿਲੇਗੀ, ਇਸ ਲਈ ਮੈਂ ਸਿਰਫ ਸੁਪਨਾ ਹੀ ਲੈਂਦਾ ਹਾਂ। ਉਸ ਦਿਨ ਵਪਾਰੀ ਨੇ ਮੁੰਡੇ ਨੂੰ ਸ਼ੋਕੇਸ ਬਣਾਉਣ ਦੀ ਇਜਾਜ਼ਤ ਦੇ ਦਿੱਤੀ। ਹਰ ਕੋਈ ਆਪਣੇ ਸੁਪਨਿਆਂ ਦੀ ਇਸ ਤਰ੍ਹਾਂ ਪੂਰਤੀ ਨਹੀਂ ਹੁੰਦਾ ਦੇਖ ਸਕਦਾ। ਦਾ ਰੇਡੀਓ ਟਾਈਮਸ ਦੇ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਤੁਸੀਂ ਡਾਇਲ ਕਰੋਗੇ ਸਾਡੇ ਸਟੂਡੀਓ ਦਾ WhatsApp ਨੰਬਰ 6234 97843।